ਮੇਰੇ ਤਾਂ ਅੱਧੇ ਤੋਂ ਜ਼ਿਆਦਾ ਕਜ਼ਨਸ ਬਾਹਰ ਬੈਠੇ ਆ, ਠੀਕ ਆ। ਹੁਣ ਬਾਹਰ ਜਾ ਕੇ ਕੀ ਕੰਮ ਕਰਦੇ ਆ ਉਹ ਤਾਂ ਕੋਈ ਪੁੱਛਦਾ ਨਹੀਂ, ਪਰ ਇੱਥੇ ਮੈਂ ਰੇਹੜੀ ਖੋਲ੍ਹੀ ਹੈ ਤਾਂ ਸਾਰਿਆਂ ਨੂੰ ਥੋੜ੍ਹੀ ਹੁੰਦੀ ਆ ਕਿ ਹਾਂ ਇਹ ਕੋਈ ਕੰਮਾਂ 'ਚ ਕੰਮ ਆ, ਆਹ ਕਿਹੜਾ ਕੰਮ ਗੱਲ ਲੈ ਕੇ ਬੈਠ ਗਈ, ਇੰਨਾ ਪੜ੍ਹੀ ਲਿਖੀ ਸੀ ਤਾਂ ਚੰਗਾ ਤਾਂ ਸ਼ੈਫ ਹੀ ਸੀ ਉੱਥੇ। ਫਿਰ ਆਪਾਂ ਕਹਿੰਦੇ ਆ ਪੰਜਾਬ ਦੀ ਤਰੱਕੀ ਨਹੀਂ ਹੁੰਦੀ। ਪੰਜਾਬ ਦੀ ਤਰੱਕੀ ਕਿੱਦਾਂ ਹੋਊਗੀ, ਇੰਡੀਆ ਦੀ ਤਰੱਕੀ ਕਿਉਂ ਹੋਊਗੀ ਜੇ ਆਪਾਂ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਾਂਗੇ ਇੱਥੇ ਰਹਿ ਕੇ ਕੁਛ ਕਰਨ ਨੂੰ। ਆਪਾਂ ਇੱਥੇ ਕੁਛ ਕਰਾਂਗੇ, ਆਪਾਂ ਆਪਣਾ ਨਾਮ ਬਣਾਵਾਂਗੇ, ਆਪਾਂ ਬ੍ਰਾਂਡ ਬਣਾਵਾਂਗੇ, ਤਾਂ ਫਿਰ ਆਪਾਂ ਨੂੰ KFC ਮੈਕਡੋਨਲਡਸ ਜਾਣ ਦੀ ਕੀ ਲੋੜ ਆ, ਆਪਣਾ ਇੱਥੇ ਹੀ ਬਣ ਗਿਆ। ਮੈਂ ਇਹ ਕਹਿੰਦੀ ਹਾਂ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਨ ਲਿਖਣ ਲਈ ਬਾਹਰ ਭੇਜਦੇ ਹਾਂ, ਅਬਰੋਡ ਭੇਜਦੇ ਹਾਂ, ਜਦੋਂ ਉੱਥੇ ਜਾ ਕੇ ਝਾੜੂ ਲਾਉਂਦੇ ਆ, ਪੋਚੇ ਲਾਉਂਦੇ ਆ ਜਾਂ ਸਟਰੀਟ ਫੂਡ 'ਤੇ ਕੰਮ ਕਰਦੇ ਆ, ਆਪਾਂ ਉਦੋਂ ਨਹੀਂ ਸੋਚਦੇ ਕਿ ਹਾਂ ਉਹ ਉੱਥੇ ਬਾਹਰ ਜਾ ਕੇ ਕੋਈ ਕੰਮ ਕਰ ਰਹੇ ਆ, ਇਹ ਆਪਣਾ ਪੰਜਾਬ ਆ ਤਾਂ ਆਪਾਂ ਇਸ ਲਈ ਸੋਚਦੇ ਆ। ਫਿਰ ਕਹਿੰਦੇ ਨਾ ਰੱਬ ਨੇ ਮਾਂ ਨੂੰ ਇਸ ਲਈ ਬਣਾ ਕੇ ਭੇਜਿਆ ਹੈ, ਜਿੱਥੇ ਰੱਬ ਨਹੀਂ ਪਹੁੰਚ ਪਾਉਂਦਾ ਨਾ ਉੱਥੇ ਮਾਂ ਪਹੁੰਚ ਜਾਂਦੀ ਆ। ਤਾਂ ਮੇਰੀ ਮਾਂ ਉਸ ਟਾਈਮ 'ਤੇ ਆ ਕੇ ਖੜ ਜਾਂਦੀ ਆ ਕਿ ਨਹੀਂ ਬੱਚੇ ਮੈਂ ਤੇਰੇ ਨਾਲ ਆ, ਤੂੰ ਸਟਾਰਟ ਤਾਂ ਕਰ। ਉਹ ਜਿਹੜੀ ਇੰਨੀ ਜੀ ਇੱਕ ਹੁੰਦੀ ਨਾ ਲਾਈਟ ਆਉਂਦੀ ਆ, ਉਹੀ ਤੁਹਾਡੇ ਲਈ ਬਹੁਤ ਹੁੰਦੀ ਆ। ਕਿ ਜੇ ਕੋਈ ਇੱਥੇ ਰੇਹੜੀ ਤੇ ਦੇਖਦਾ ਤਾਂ ਉਹ ਕਹਿੰਦੇ ਆਮ ਜੀ ਕੁੜੀ ਹੋਣੀ ਆ ਕਿ ਹਾਂ, ਪਰ ਕਿਸੇ ਨੂੰ ਪਾਸ ਤਾਂ ਨਹੀਂ ਪਤਾ ਨਾ ਕਿ ਟੀਚਰ ਵੀ ਰਹਿ ਚੁੱਕੀ ਆ, ਸ਼ੈਫ ਵੀ ਰਹਿ ਚੁੱਕੀ ਆ, ਦੁਬਈ ਵੀ ਕੰਮ ਕੀਤਾ ਆ। ਜੇ ਕਿਸੇ ਨੂੰ ਪਤਾ ਲੱਗਦਾ ਤਾਂ ਉਹ ਆ ਕੇ ਰਿਸਪੈਕਟ ਕਰਦਾ, ਅਦਰਵਾਈਜ਼ ਲੋਕੀ ਤਾਂ ਇੱਕ ਲੇਡੀ ਇੱਦਾਂ ਦੀ ਹੈ ਜਿਹੜਾ ਦੁਰਗਾ ਦਾ ਰੂਪ ਵੀ ਲੈ ਸਕਦੀ ਆ ਔਰ ਲక్ష్ਮੀ ਮਾਤਾ ਦਾ ਰੂਪ ਵੀ ਲੈ ਸਕਦੀ ਹੈ। ਤਾਂ ਆਪਣੇ ਘਰ ਨੂੰ ਜੇ ਆਪਾਂ ਆਪਣੀ ਕੁੜੀਆਂ ਨੂੰ ਪੜ੍ਹਾਵਾਂਗੇ ਨਾ, ਤਾਂ ਅੱਜ ਆਪਾਂ ਇੱਕ ਕੁੜੀ ਨੂੰ ਆਪਣੀ ਨੂੰ ਪੜ੍ਹਾ ਰਹੇ ਨਾ, ਤਾਂ ਕੱਲ੍ਹ ਉਹ ਵਿਆਹ ਕੇ ਜੇ ਜਾ ਰਹੀ ਹੈ ਨਾ ਤਾਂ ਉਹ ਅੱਗੇ ਪੂਰੀ ਪੀੜ੍ਹੀ ਨੂੰ ਪੜ੍ਹਾਊਗੀ। ਇਸ ਗੱਲ ਨੂੰ ਯਾਦ ਰੱਖਿਓ। ਤਾਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਿਓ, ਮੁੰਡਿਆਂ ਨੂੰ ਜੇ ਦੇ ਰਹੇ ਹੋ ਨਾ ਤਾਂ ਕੁੜੀਆਂ ਨੂੰ ਵੀ ਦਿਓ। ਜੇ ਤੁਸੀਂ ਮੁੰਡਿਆਂ ਨੂੰ ਅਬਰੋਡ ਸਟੱਡੀ ਲਈ ਭੇਜ ਰਹੇ ਨਾ ਤਾਂ ਕੁੜੀਆਂ ਨੂੰ ਵੀ ਭੇਜੋ। ਉਹਨਾਂ ਨੂੰ ਬਸ ਇਹ ਨਾ ਸੋਚੋ ਕਿ ਵਿਆਹ ਕਰਕੇ ਭੇਜਣਾ ਆ। ਕਹਿੰਦੇ ਇੱਕ ਹੁੰਦੀ ਆ ਆਕੜ, ਇੱਕ ਈਗੋ, ਜੇ ਤੁਸੀਂ ਉਹਨੂੰ ਸਾਈਡ 'ਤੇ ਕਰ ਦੋਗੇ ਨਾ ਤਾਂ ਤੁਸੀਂ ਦੁਨੀਆ 'ਚ ਸਭ ਕੁਝ ਸਿੱਖ ਸਕਦੇ ਹੋ। ਕਿਉਂਕਿ ਜਦੋਂ ਆਪਾਂ ਇਹ ਸੋਚਣ ਲੱਗ ਪੈਂਦੇ ਨਾ ਕਿ ਆਪਾਂ ਨੂੰ ਸਭ ਕੁਝ ਆਉਂਦਾ ਆ, ਉਹੀ ਸਭ ਤੋਂ ਨੈਗੇਟਿਵ ਪੁਆਇੰਟ ਆ। ਦੁਨੀਆ 'ਚ ਕੋਈ ਬੰਦਾ ਇੱਦਾਂ ਦਾ ਨਹੀਂ ਹੈ ਜਿਹੜਾ ਪੂਰਨ ਗਿਆਨੀ ਹੋਵੇ। ਮੈਨੂੰ ਦੇਖ ਕੇ ਖੁਸ਼ੀ ਹੁੰਦੀ ਆ ਕਿਉਂਕਿ ਕਿਸੇ ਟਾਈਮ 'ਤੇ ਜਦੋਂ ਅਸੀਂ ਸਟੱਡੀ ਕਰਦੇ ਸੀਗੇ ਤਾਂ ਲੋਕੀ ਕਹਿੰਦੇ ਸੀ ਮਲਟੀਮੀਡੀਆ 'ਚ ਜਾਂ ਇਸ ਪ੍ਰੈਸ ਵਗੈਰਾ 'ਚ ਕੁੜੀਆਂ ਨੂੰ ਨਹੀਂ ਪਾਉਣਾ, ਪਰ ਅੱਜ ਦੇਖ ਕੇ ਬੜੀ ਖੁਸ਼ੀ ਹੋ ਰਹੀ ਆ ਕਿ ਇੱਕ ਲੇਡੀ ਰਿਪੋਰਟਰ ਮੇਰਾ ਇੰਟਰਵਿਊ ਲੈ ਰਹੀ ਆ, ਯਾਨੀ ਕਿ ਇੱਕ ਮੈਂ ਵੀ ਲੇਡੀ ਆ ਤੇ ਇੱਕ ਉਹ ਵੀ ਲੇਡੀ ਆ। ਇੱਕ ਅੰਦਰੋਂ ਹੋਰ ਜੋਸ਼ ਆ ਰਿਹਾ ਯਾਰ, ਅੱਜ ਕੱਲ੍ਹ ਤਾਂ ਕੁੜੀਆਂ ਕਿਸੇ ਵੀ ਕੋਨੇ 'ਚ ਪਿੱਛੇ ਨਹੀਂ ਹੈਗੀਆਂ, ਸਾਰੀਆਂ ਅੱਗੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਅੱਖਰ ਦੇ ਨਾਲ ਤੇ ਮੈਂ ਹਾਂ ਪਵਨਪ੍ਰੀਤ ਕੌਰ। ਕਹਿੰਦੇ ਨੇ ਕਿ ਜ਼ਿੰਦਗੀ ਸਭ ਤੋਂ ਵੱਡਾ ਅਧਿਆਪਕ ਹੈ ਤੇ ਮੈਂ ਅੱਜ ਤੁਹਾਨੂੰ ਇੱਕ ਅਜਿਹੇ ਹੀ ਟੀਚਰ ਨਾਲ ਮਿਲਵਾਉਂਗੀ ਜਿਸ ਨੇ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਿਆ। ਆਓ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਰਵਲੀਨ ਧਵਨ। ਤੁਹਾਡਾ ਨਾਮ ਰਵਲੀਨ ਹੈ ਤੇ ਪਾਂਡਾ ਨਾਮ ਇਹ ਕਿਵੇਂ? ਇਹ ਮੈਮ ਐਕਚੁਅਲੀ ਮੈਂ ਜਿੱਥੇ ਪਹਿਲਾਂ ਕੰਮ ਕਰਦੀ ਸੀ ਤਾਂ ਉਹ ਕਿਊਟਨੈਸ ਔਰ ਫਲਫੀਨੈਸ ਕਰਕੇ ਉੱਧਰ ਦੇ ਜਿੰਨੇ ਮੇਡ ਸ਼ੈਫ ਸੀਗੇ ਸਾਰਿਆਂ ਨੇ ਮੇਰਾ ਨਾਮ ਪਾਂਡਾ ਰੱਖ ਦਿੱਤਾ ਸੀਗਾ। ਤਾਂ ਬਸ ਉਹੀ ਪੈਟ ਨੇਮ ਨੂੰ ਮੈਂ ਅੱਗੇ ਲੈ ਕੇ ਚੱਲੀ ਕਿਉਂਕਿ ਇੱਕ ਯੂਨੀਕ ਨੇਮ ਆ ਔਰ ਮੇਰੀ ਜੇ ਫਲਫੀਨੈਸ ਆ ਜਾਂ ਮੋਟਾਪੇ ਨੂੰ ਮਤਲਬ ਕਿ ਸ਼ੋਅ ਕਰਦਾ ਆ, ਇਹ ਕਿਊਟਨੈਸ ਸ਼ੋਅ ਕਰਦਾ ਆ, ਤਾਂ ਹੀ ਮੈਂ ਇਸ ਨਾਮ ਨਾਲ ਅੱਗੇ ਗਈ। ਅੱਛਾ ਰਵਲੀਨ, ਤੁਸੀਂ ਮਤਲਬ ਇੱਕ ਰੇਹੜੀ ਤੇ ਹਨਾ 버ਗਰ ਬਣਾਉਣ ਦਾ ਕੰਮ ਕਰਦੇ ਹੋ। ਸੋਸਾਇਟੀ ਦੇ ਵਿੱਚ ਇਹ ਚੀਜ਼ ਬਹੁਤ ਦੇਖੀ ਜਾਂਦੀ ਕਿ ਕੁੜੀਆਂ ਹਨਾ ਤੁਹਾਨੂੰ ਡੀਗ੍ਰੇਡ ਕੀਤਾ ਜਾਂਦਾ ਕਿ ਇਹ ਸੜਕਾਂ ਤੇ ਕੰਮ ਕਰੂਗੀ ਆ ਹਨਾ, ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਦੇਖੋ ਮੈਮ ਆਪਣੀ ਆਪਾਂ ਕਹੀਏ 21st ਸੈਂਚੁਰੀ ਆ ਚੁੱਕੀ ਆ, ਬਟ ਸੋਸਾਇਟੀ ਦੇ ਅੰਦਰ ਨੈਗੇਟਿਵ ਲੋਕ ਵੀ ਆ ਤਾਂ ਪੋਜ਼ੀਟਿਵ ਲੋਕ ਵੀ ਆ। ਹੁਣ ਜੇ ਪੋਜ਼ੀਟਿਵ ਆ ਉਹ ਤਾਂ ਇਹ ਕਹੂਗੇ ਕਿ ਚਲੋ ਮਿਹਨਤ ਕਰ ਰਹੀ ਆ, ਪਰ ਜਿਹੜੇ ਨੈਗੇਟਿਵ ਲੋਕ ਆ ਉਹਨਾਂ ਦਾ ਕੀ ਕੰਮ ਆ ਕਿ ਉਹਨਾਂ ਨੇ ਇਹ ਕਹਿਣਾ ਡੀਗ੍ਰੇਡ ਹੀ ਕਰਨਾ ਆ ਕਿ ਕੁੜੀ ਨੂੰ ਕੀ ਲੋੜ ਆ ਇੱਥੇ ਰੇਹੜੀ ਲਾਉਣ ਦੀ ਜਾਂ ਰੋਡ 'ਤੇ ਖੜ੍ਹੇ ਹੋ ਕੇ ਕੰਮ ਕਰਨ ਦੀ। ਮੈਂ ਇਹ ਕਹਿੰਦੀ ਹਾਂ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਨ ਲਿਖਣ ਲਈ ਬਾਹਰ ਭੇਜਦੇ ਹਾਂ, ਅਬਰੋਡ ਭੇਜਦੇ ਹਾਂ, ਜਦੋਂ ਉੱਥੇ ਜਾ ਕੇ ਝਾੜੂ ਲਾਉਂਦੇ ਆ, ਪੋਚੇ ਲਾਉਂਦੇ ਆ ਜਾਂ ਸਟਰੀਟ ਫੂਡ 'ਤੇ ਕੰਮ ਕਰਦੇ ਆ, ਆਪਾਂ ਉਦੋਂ ਨਹੀਂ ਸੋਚਦੇ ਕਿ ਹਾਂ ਉਹ ਉੱਥੇ ਬਾਹਰ ਜਾ ਕੇ ਕੋਈ ਕੰਮ ਕਰ ਰਹੇ ਆ, ਇਹ ਆਪਣਾ ਪੰਜਾਬ ਆ ਤਾਂ ਆਪਾਂ ਇਸ ਲਈ ਸੋਚਦੇ ਹਾਂ। ਆਪਾਂ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਹਾਂ ਕਿ ਉਹਨਾਂ ਦੀ ਸਟੱਡੀ ਹੋ ਤੋਂ ਬਾਅਦ ਉਹ ਕੁਝ ਬਣ ਕੇ ਆਉਣ। ਮੈਂ ਇਹ ਕਹਿੰਦੀ ਹਾਂ ਕਿ ਜੇ ਤੁਸੀਂ ਆਪਣੀ ਸੋਚ ਨੂੰ, ਬੱਚੇ ਕਿਉਂ ਬਾਹਰ ਜਾ ਰਹੇ ਆ ਕਿਉਂਕਿ ਬੱਚਿਆਂ ਨੂੰ ਉੱਥੇ ਦੀ ਸੋਚ, ਉੱਥੇ ਦਾ ਇਨਵਾਇਰਨਮੈਂਟ ਪੋਜ਼ੀਟਿਵ ਲੱਗਦਾ ਆ, ਪਰ ਜੇ ਅਗਰ ਆਪਾਂ ਇੱਥੇ ਹੀ ਉਹਨਾਂ ਨੂੰ ਪੋਜ਼ੀਟਿਵ ਇਨਵਾਇਰਨਮੈਂਟ ਦੇਵਾਂਗੇ ਤਾਂ ਫਿਰ ਉਹਨਾਂ ਨੂੰ ਬਾਹਰ ਜਾਣ ਦੀ ਕੀ ਲੋੜ ਆ। ਮੈਂ ਮਤਲਬ ਕਿ ਮੇਰੀ ਥਿੰਕਿੰਗ ਤਾਂ ਇਹੀ ਆ, ਕੰਮ ਕੋਈ ਛੋਟਾ ਵੱਡਾ ਨਹੀਂ ਹੈਗਾ। ਤੁਸੀਂ ਸਟਾਰਟਿੰਗ ਬੇਸ਼ੱਕ 0 ਤੋਂ ਕਰੋ, ਬੇਸ਼ੱਕ 100 ਤੋਂ ਕਰੋ, ਪਰ ਤੁਹਾਨੂੰ ਸਟਾਰਟਅਪ ਲੈਣਾ ਚਾਹੀਦਾ ਆ ਕਿਉਂਕਿ ਰੱਬ ਨੇ ਹਰ ਕਿਸੇ ਨੂੰ ਕੋਈ ਨਾ ਕੋਈ ਸਕਿੱਲ ਦਿੱਤਾ ਹੁੰਦਾ ਆ। ਲਾਈਫ 'ਚ ਇਹ ਨਹੀਂ ਹੈਗਾ ਕਿ ਤੁਸੀਂ ਸਟੱਡੀ ਬਹੁਤ ਕੀਤੀ ਆ, ਤੁਸੀਂ BA ਕੀਤੀ ਹੈ, BCom ਕੀਤੀ ਹੈ, MBA ਕਰ ਲਈ ਆ ਤਾਂ ਹੁਣ ਤੁਸੀਂ ਬਸ ਜੌਬਸ ਹੀ ਕਰਨੀ ਆ। ਕਦੇ ਕਦੇ ਲਾਈਫ 'ਚ ਇੱਦਾਂ ਦੀ ਟ੍ਰੈਜਡੀਜ਼ ਆਉਂਦੀਆਂ ਆ
ਕਿ ਤੁਹਾਨੂੰ ਆਪਣਾ ਜਿਹੜਾ ਸਕਿੱਲ ਹੁੰਦਾ, ਹੱਥ ਦਾ ਹੁਨਰ ਹੁੰਦਾ, ਉਹਦੇ ਨਾਲ ਅੱਗੇ ਵਧਣਾ ਪੈਂਦਾ। ਤਾਂ ਮੈਂ ਕਹਿੰਦੀ ਹਾਂ ਇਹਦੇ ਵਿੱਚ ਸ਼ਰਮਾਉਣ ਦੀ ਕੋਈ ਲੋੜ ਨਹੀਂ ਹੈਗੀ, ਤੁਸੀਂ ਅੱਗੇ ਵਧੋ, ਉਸ ਚੀਜ਼ ਨੂੰ ਲੈ ਕੇ ਚੱਲੋ। ਰਵਲੀਨ ਜੇ ਮੈਂ ਗਲਤ ਨਹੀਂ ਹਾਂ ਤੇ ਤੁਸੀਂ ਗ੍ਰੈਜੂਏਟਿਡ ਹੋ, ਹਨਾ, ਪੜ੍ਹੇ ਲਿਖੇ ਹੋ, ਟੀਚਿੰਗ ਵੀ ਕੀਤੀ, ਫਿਰ NRI ਵੀ ਰਹੇ ਹੋ, ਤੇ ਅੱਜ ਇਹ ਕੰਮ, ਇਹ ਇੱਥੇ ਤੱਕ ਦਾ ਸਫ਼ਰ ਕਿਵੇਂ ਕਿਵੇਂ ਰਿਹਾ, ਮਤਲਬ ਇਹ ਕਿਵੇਂ ਸ਼ੁਰੂਆਤ ਹੋਈ ਇਸ ਸਭ ਚੀਜ਼ ਦੀ? ਐਕਚੁਅਲੀ ਮੈਮ 2019 ਦੇ ਅੰਦਰ ਥੋੜਾ ਮੇਰਾ ਲਾਈਫ ਦਾ ਜਿਹੜਾ ਫੇਸ ਆ ਉਹ ਬਹੁਤ ਕਹਿੰਦੇ ਟ੍ਰੈਜੇਡੀ ਹੋਇਆ, ਚੇਂਜ ਹੋਇਆ, ਸਭ ਕੁਝ ਡਰੈਸਟਿਕ ਮੂਵਮੈਂਟਸ ਉਸੇ ਚੇਂਜ 'ਚ ਆਏ। ਲਾਈਕ ਜਿੱਦਾਂ ਕਿ 2019 'ਚ ਜਾਂ 22 ਜਾਂ 23 ਇਅਰਸ ਸੀ ਮੈਂ ਹੋਣੀ ਆ, ਉਦੋਂ ਮਤਲਬ ਕਿ ਮੇਰੇ ਘਰਦਿਆਂ ਨੇ ਅਰੇਂਜ ਮੈਰਿਜ ਮੇਰੀ ਫਿਕਸ ਕਰਤੀ ਸੀ, ਮੈਰਿਡ ਵੀ ਹੋ ਗਈ ਸੀ, 2 ਮੰਥਸ ਮੈਰਿਜ ਦੇ ਅੰਦਰ ਰਹੀ। ਉਸ ਤੋਂ ਬਾਅਦ ਕਨਫਲਿਕਟਸ ਇੱਦਾਂ ਦੇ ਹੋਏ, ਮੈਂਟੈਲਿਟੀ ਲੈਵਲ ਨਹੀਂ ਮੈਚ ਕੀਤਾ ਮੇਰਾ ਉਹਨਾਂ ਦੇ ਨਾਲ, ਔਰ ਕੁਛ ਜਿੱਦਾਂ ਹੁੰਦਾ ਆ ਰੂੜੀਵਾਦੀ ਜਿਹੜੀ ਸੋਚ ਹੁੰਦੀ ਆ, ਉਸ ਚੀਜ਼ਾਂ ਕਰਕੇ ਸ਼ਾਇਦ ਮੇਰੇ ਅੰਦਰ ਵੀ ਬਚਪਨਾ ਸੀਗਾ, ਕਿਉਂਕਿ ਕਹਿੰਦੇ ਤਾਲੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ। ਮੈਂ ਇਹ ਨਹੀਂ ਕਹਿੰਦੀ ਸਾਰਾ ਬਲੇਮ ਉਹਨਾਂ ਦਾ ਸੀਗਾ, ਚਲੋ ਕੀ ਪਤਾ ਮੇਰੇ ਨਿਆਣਪਣੇ ਦਾ ਵੀ ਬਲੇਮ ਸੀਗਾ, ਬਟ ਜੋ ਵੀ ਹੋਇਆ ਕਹਿੰਦੇ ਰੱਬ ਜੋ ਕਰਦਾ ਚੰਗੇ ਲਈ ਕਰਦਾ। ਜੇ ਅੱਜ ਸ਼ਾਇਦ ਮੈਂ ਉਸ ਚੀਜ਼ ਤੋਂ ਨਾ ਨਿਕਲੀ ਹੁੰਦੀ ਜਾਂ ਉੱਥੇ ਰਹਿ ਜਾਂਦੀ ਤਾਂ ਸ਼ਾਇਦ ਮੈਂ ਅੱਜ ਤੱਕ ਇੱਥੇ ਆ ਕੇ ਬਾਕੀਆਂ ਨੂੰ ਜਾਂ ਕਿਸੇ ਲੋਕਾਂ ਨੂੰ ਮੋਟੀਵੇਟ ਨਾ ਕਰ ਸਕਦੀ। ਰੱਬ ਜੋ ਕਰਦਾ ਚੰਗੇ ਲਈ ਕਰਦਾ ਆ। 100 'ਚ ਇੱਕ ਬੰਦੇ ਨੂੰ ਚੁਣਿਆ ਹੁੰਦਾ ਰੱਬ ਨੇ ਕਿ ਉਹ ਇੱਕ ਮਿਸਾਲ ਬਣ ਕੇ ਦਿਖਾਏ, ਲੋਕਾਂ ਨੂੰ ਦਿਖਾਵੇ ਕਿ ਨਹੀਂ ਦੁਨੀਆ ਇੱਦਾਂ ਵੀ ਚੱਲਦੀ ਆ, ਆਪਾਂ ਇੱਦਾਂ ਵੀ ਜਾਣਾ ਆ। ਔਰ ਫਿਰ ਉਸ ਤੋਂ ਬਾਅਦ ਜਦੋਂ ਡਾਈਵੋਰਸ ਹੋਇਆ ਤਾਂ ਫਿਰ ਤੁਹਾਨੂੰ ਪਤਾ ਉਸ ਟਾਈਮ 'ਤੇ ਸੁਸਾਇਟੀ ਨਹੀਂ ਐਕਸੈਪਟ ਕਰਦੀ ਸੀ ਇਸ ਚੀਜ਼ ਨੂੰ। ਅੱਜ ਕੱਲ੍ਹ ਥੋੜ੍ਹਾ ਜਿਹਾ ਫਿਰ ਵੀ ਚੇਂਜ ਹੋ ਗਈ ਹੈ ਲੋਕਾਂ ਦੀ ਸੋਚ, ਪਰ ਉਸ ਟਾਈਮ 'ਤੇ ਇੰਨੀ ਨਹੀਂ ਸੀ ਵਾਸਟ। ਤਾਂ ਮੇਨੇ ਦੇਣੇ ਇੱਦਾਂ ਕਰਨਾ, ਮੈਂ ਡਿਪਰੈਸ਼ਨ 'ਚ ਜਾਣ ਲੱਗ ਪਈ। ਉਸ ਚੀਜ਼ ਦੇ ਲਈ ਮੇਰੇ ਮੰਮਾ ਪਾਪਾ ਨੇ ਸੋਚਿਆ ਕਿ ਨਹੀਂ, ਇਹਨੂੰ ਇਸ ਮਾਹੌਲ 'ਚੋਂ ਕੱਢਣਾ ਪੈਣਾ। ਜੇ ਇਸ ਮਾਹੌਲ 'ਚੋਂ ਨਿਕਲੀ ਤਾਂ ਫਿਰ ਸ਼ਾਇਦ ਇਹ ਸਟੇਬਲ ਹੋਊਗੀ। ਤਾਂ ਫਿਰ ਮੈਂ ਜਿੱਦਾਂ ਦੁਬਈ ਦਾ ਮੇਰਾ ਵੀਜ਼ਾ ਲੱਗਾ, ਮੈਂ ਦੁਬਈ ਗਈ, ਉੱਥੇ 2-3 ਮੰਥਸ ਦਾ ਕੁਲਿਨਰੀ ਕੋਰਸ ਸੀ ਉਹ ਕੀਤਾ। ਉਸ ਤੋਂ ਬਾਅਦ ਟ੍ਰੇਨਿੰਗ ਲੈ ਕੇ ਫਿਰ ਇਸੀ ਫੀਲਡ ਦੇ ਅੰਦਰ ਮੈਂ ਆ ਗਈ, ਉਹਨਾਂ ਦੇ ਕੈਫੇਟੇਰੀਆ 'ਚ ਕੰਮ ਕੀਤਾ। ਔਰ 1 ਈਅਰ 8 ਮੰਥਸ ਤੋਂ ਬਾਅਦ ਫਿਰ ਜਿੱਦਾਂ ਲੋਕਡਾਊਨ ਲੱਗਣਾ ਸਟਾਰਟ ਹੋ ਗਿਆ, ਲੋਕਡਾਊਨ ਦੇ ਵਿੱਚ ਮੈਨੂੰ ਵਾਪਸ ਆਉਣਾ ਪਿਆ। ਉਹ ਵਾਪਸ ਆਈ, ਉਸ ਤੋਂ ਬਾਅਦ 1 ਮੰਥ ਫਿਰ ਇੱਥੇ ਰਹੀ। ਜੋਬਸ ਉਸ ਟਾਈਮ 'ਤੇ ਪੰਜਾਬ ਦੇ ਅੰਦਰ ਇੰਨੀ ਸੈਲਰੀ ਕੋਈ ਵੀ ਨਹੀਂ ਦੇ ਰਿਹਾ ਸੀ, ਕਿੱਥੇ ਦੁਬਈ 30-40,000 ਲੈਣਾ, ਇੱਥੇ ਆ ਕੇ ਸਿੱਧਾ 10,000 ਜਾਂ 5,000, ਫਿਰ ਗੁਜ਼ਾਰਾ ਨਹੀਂ ਹੁੰਦਾ ਮੈਮ। ਫਿਰ ਮੈਨੂੰ ਹੈਦਰਾਬਾਦ ਤੋਂ ਜੋਬ ਆਫਰ ਹੋਈ, ਅਕੋਮੋਡੇਸ਼ਨ ਫੂਡਿੰਗ ਸਭ ਕੁਛ ਸੀਗਾ, ਉੱਪਰੋਂ ਸੈਲਰੀ ਪੈਕੇਜ ਉਹ ਸੇਮ ਹੀ ਮਿਲ ਗਿਆ, ਤਾਂ ਮੈਂ ਉੱਧਰ ਚਲੀ ਗਈ। ਬਟ ਹੁਣ ਮੇਰਾ ਇਹ ਮਤਲਬ ਕਿ ਦੇਖਿਆ ਜਾਵੇ ਤਾਂ ਇੱਕ ਲੈਬਨਿਸ ਟਰਕਿਸ਼ ਲਾਈਵ ਕਿਚਨ ਹੋਲਡਰ ਸ਼ੈਫ ਤੋਂ ਲੈ ਕੇ ਇੱਥੇ ਤੱਕ ਆਉਣ ਦਾ ਸਫ਼ਰ, ਕਿਉਂਕਿ ਜੇ ਕੋਈ ਇੱਥੇ ਰੇਹੜੀ 'ਤੇ ਦੇਖਦਾ ਤਾਂ ਉਹ ਕਹਿੰਦੇ ਆਮ ਜੀ ਕੁੜੀ ਹੋਣੀ ਆ ਕਿ ਹਾਂ, ਪਰ ਕਿਸੇ ਨੂੰ ਪਾਸ ਤਾਂ ਨਹੀਂ ਪਤਾ ਨਾ ਕਿ ਟੀਚਰ ਵੀ ਰਹਿ ਚੁੱਕੀ ਆ, ਸ਼ੈਫ ਵੀ ਰਹਿ ਚੁੱਕੀ ਆ, ਦੁਬਈ ਵੀ ਕੰਮ ਕੀਤਾ ਆ। ਜੇ ਕਿਸੇ ਨੂੰ ਪਤਾ ਲੱਗਦਾ ਤਾਂ ਉਹ ਆ ਕੇ ਰਿਸਪੈਕਟ ਕਰਦਾ, ਅਦਰਵਾਈਜ਼ ਲੋਕੀ ਤਾਂ ਪਤਾ ਨਹੀਂ ਟੁੱਟੇ ਫੁੱਟੇ ਦੇ ਲੋਕ ਹੋਣੇ ਆ ਜਾਂ ਟੁੱਟੇ ਫੁੱਟੇ ਦੇ ਹੋਣੇ ਆ, ਇਹੀ ਥਿੰਕਿੰਗ ਚੱਲਦੀ ਆ। ਉਸ ਚੀਜ਼ ਨੂੰ ਲੈ ਕੇ ਫਿਰ ਕਾਊਂਟਰ ਸਟਾਰਟ ਕੀਤਾ। ਕਾਊਂਟਰ ਸਟਾਰਟ ਕਰਨ ਦਾ ਮੇਨ ਮੋਟਿਵ ਮੈਮ ਇਹ ਸੀ ਮੇਰਾ ਕਿ ਦੇਖੋ, ਜੇ ਅਗਰ ਮੈਂ ਸ਼ੌਪ ਤੋਂ ਸਟਾਰਟ ਕਰਦੀ ਤਾਂ ਇੱਕ ਤਾਂ ਮੈਂ ਲੋਕਾਂ ਨਾਲ ਇੰਨੀ ਇੰਟਰੈਕਸ਼ਨ ਨਹੀਂ ਹੋਣੀ ਸੀਗੀ, ਕਿਉਂਕਿ ਆਪਾਂ ਸ਼ੌਪ 'ਚ ਆਪਾਂ ਸਟਾਰਟ ਕਰਦੇ ਹਾਂ, ਕੁੜੀਆਂ ਅੰਦਰ ਅੰਦਰ ਰਹਿ ਜਾਂਦੀਆਂ, ਬਾਹਰ ਵਰਕਰਸ ਕੰਮ ਕਰਦੇ ਆ, ਤਾਂ ਲੋਕੀ ਪੂਰੇ ਸ਼ੌਪ ਦੇ ਨਾਮ ਨੂੰ ਜਾਣਦੇ ਆ, ਉਸ ਬੰਦੇ ਨੂੰ ਨਹੀਂ ਜਾਣਦੇ। ਹੁਣ ਆਪਾਂ ਰੋਡ 'ਤੇ ਖੜੇ ਹੋ ਕੇ ਕੰਮ ਕਰ ਰਹੇ ਹਾਂ ਤਾਂ ਤੁਹਾਨੂੰ ਇੰਨੇ ਇੱਥੇ ਲੋਕੀ ਆਉਂਦੇ ਆ, 100 ਲੋਕਾਂ ਨਾਲ ਮੈਂ ਗੱਲ ਕਰਦੀ ਹਾਂ, 100 'ਚ 50 ਲੋਕੀ ਇਨਫਲੂਐਂਸ ਹੁੰਦੇ ਆ। ਤਾਂ ਮੈਨੂੰ ਇਹੀ ਚਾਹੀਦਾ ਸੀਗਾ, ਕਿਉਂਕਿ ਹਾਲੇ ਵੀ ਮੈਂ ਦੇਖਿਆ ਜਦੋਂ ਮੈਂ ਹੈਦਰਾਬਾਦ ਤੋਂ ਵਾਪਸ ਆਈ ਕਿ ਕੁੜੀਆਂ ਅੱਜ ਵੀ ਇਸ ਡੇਟ ਦੇ ਅੰਦਰ ਜੇ ਉਹਨਾਂ ਦਾ ਡਾਈਵੋਰਸ ਹੋ ਜਾਵੇ ਜਾਂ ਉਹਨਾਂ ਦੇ ਹਸਬੈਂਡ ਦੀ ਡੈਥ ਹੋ ਜਾਵੇ ਜਾਂ ਕੁਝ ਵੀ ਕੋਈ ਪ੍ਰੋਬਲਮ ਹੋ ਜਾਵੇ ਤਾਂ ਸੁਸਾਇਟੀ ਉਹਨਾਂ ਨੂੰ ਹੀ ਬਲੇਮ ਕਰਦੀ ਆ। ਮੈਂ ਇਹ ਕਹਿੰਦੀ ਆ, ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹੋ, ਉਹਨਾਂ ਨੂੰ ਫੋਰਨ ਭੇਜ ਰਹੇ ਹੋ, ਤੁਸੀਂ ਕਿਉਂ ਭੇਜ ਰਹੇ ਆ ਕਿ ਉੱਥੇ ਡਾਈਵੋਰਸ ਹੋਣਾ ਜਾਂ ਇੱਦਾਂ ਕੁਝ ਹੋਣਾ, ਕਿਸੇ ਦੀ ਜ਼ਿੰਦਗੀ ਨਹੀਂ ਰੁਕਦੀ। ਜ਼ਿੰਦਗੀ ਦੇਖੋ ਰੱਬ ਨੇ ਇੱਕ ਵਾਰੀ ਦਿੱਤੀ ਆ, ਉਹਨੂੰ ਜੀਣਾ ਚਾਹੀਦਾ ਆ, ਉਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ। ਜੇ ਆਪਾਂ ਉੱਥੇ ਫੁੱਲ ਸਟਾਪ ਲਾ ਦੇਵਾਂਗੇ ਤਾਂ ਫਿਰ ਰੱਬ ਵੀ ਤਾਂ ਗੁੱਸਾ ਹੋਊਗਾ ਕਿਸੇ ਟਾਈਮ 'ਤੇ ਕਿ ਮੈਂ ਇੰਨੀ ਸੋਹਣੀ ਜ਼ਿੰਦਗੀ 'ਚ ਤੈਨੂੰ ਭੇਜਿਆ ਤਾਂ ਤੂੰ ਇੱਕ ਵਾਰੀ 'ਚ ਹਾਰ ਮੰਨ ਲਈ। ਤਾਂ ਮੈਂ ਇਹ ਚਾਹੁੰਦੀ ਸੀ ਕਿ ਹਾਂ ਚਲੋ ਮੈਂ ਸਟਾਲ ਸਟਾਰਟ ਕਰੂੰਗੀ, 10 ਕੁੜੀਆਂ ਦੇਖੂੰਗੀਆਂ, 20 ਕੁੜੀਆਂ ਦੇਖੂੰਗੀ, 20 'ਚ 15 ਜਾਂ 10 ਤਾਂ ਮੋਟੀਵੇਟ ਹੋਣਗੀਆਂ ਨਾ ਕਿ ਨਹੀਂ ਯਾਰ ਉਹ ਖੜੇ ਹੋ ਕੇ ਕਰ ਸਕਦੀ ਹੈ ਤਾਂ ਅਸੀਂ ਵੀ ਨਿਕਲ ਕੇ ਜੌਬ ਕਰ ਸਕਦੇ ਹਾਂ, ਅਸੀਂ ਵੀ ਆਪਣੇ ਆਪ ਨੂੰ ਸਟੇਬਲ ਕਰ ਸਕਦੇ ਹਾਂ। ਬਸ ਇਸੇ ਚੀਜ਼ ਕਰਕੇ ਮੈਂ ਇਹ ਸਟਾਰਟ ਕੀਤਾ ਆ। ਔਰ ਅੱਗੇ ਦਾ ਡ੍ਰੀਮ ਦੇਖਿਆ ਜਾਵੇ ਤਾਂ ਫਾਈਨੈਂਸ਼ਲੀ ਜੇ ਸਟਰੋਂਗ ਹੋ ਜਾਊਂਗੀ ਤਾਂ ਮੈਂ ਬਸ ਇਹੀ ਚਾਹੁੰਦੀ ਹਾਂ ਕਿ ਮੈਂ ਪੰਜਾਬ ਦੀ ਔਰ ਇੰਡੀਆ ਦੀ ਜਿੰਨੀ ਕੁੜੀਆਂ ਜਿਨ੍ਹਾਂ ਨੂੰ ਸਹਾਰਾ ਚਾਹੀਦਾ ਆ, ਜਿਨ੍ਹਾਂ ਨੂੰ ਚਾਹੀਦਾ ਕਿ ਜੌਬਸ ਚਾਹੀਦੀਆਂ ਔਰ ਕਿੱਥੇ ਨਹੀਂ ਮਿਲ ਰਹੀਆਂ, ਕਿਉਂਕਿ ਕੁਕਿੰਗ ਇੱਦਾਂ ਦੀ ਚੀਜ਼ ਆ ਜਿਹਦੇ ਵਿੱਚ ਤੁਹਾਨੂੰ ਐਜੂਕੇਸ਼ਨ ਦੀ ਵੀ ਇੰਨੀ ਖਾਸ ਲੋੜ ਨਹੀਂ ਹੈਗੀ। ਜੇ ਤੁਹਾਨੂੰ ਗੁਰੂ ਵਧੀਆ ਮਿਲ ਗਿਆ ਤਾਂ ਤੁਹਾਨੂੰ ਕੁਕਿੰਗ ਵੀ ਵਧੀਆ ਆ ਜਾਣੀ ਆ। ਤਾਂ ਮੈਂ ਚਾਹੁੰਦੀ ਹਾਂ ਕਿ ਉਹ ਬੰਦੇ ਰਿਕੁਐਟ ਹੋ, ਉਹਨਾਂ ਨੂੰ ਸਹਾਰਾ ਮਿਲ ਜਾਵੇ, ਉਹਨਾਂ ਨੂੰ ਪੇਮੈਂਟਸ ਮਿਲਣ, ਉਹ ਆਪਣਾ ਸੈਲਰੀਜ਼ ਲੈਣ ਔਰ ਉਹ ਆਪਣਾ ਲਾਈਫ ਸਰਕਲ ਚਲਾਉਣ।
ਔਰ ਰਹੀ ਗੱਲ ਜਦੋਂ ਲੋਕਾਂ ਦੇ ਅੰਦਰ ਆਪਾਂ ਖੜੇ ਹੋ ਕੇ ਕੰਮ ਕਰਦੇ ਆ ਨਾ ਤਾਂ ਆਪਣੇ ਅੰਦਰ ਆਪ ਹੀ ਇੱਕ ਮੋਰਲ ਸਪੋਰਟ ਆਂਦਾ, ਇੱਕ ਮੋਟੀਵੇਸ਼ਨ ਆਂਦੀ ਹੈ, ਕੌਨਫੀਡੈਂਸ ਆਂਦਾ ਆ ਕਿ ਹਾਂ ਅਸੀਂ ਕੁਝ ਹੈ। ਰਵਲੀਨ ਬਿਲਕੁਲ ਹਾਰ ਨਹੀਂ ਮੰਨਣੀ ਚਾਹੀਦੀ, ਚਾਹੇ ਜਿੰਨਾ ਮਰਜ਼ੀ ਔਖਾ ਟਾਈਮ ਹੋਵੇ ਬੰਦੇ ਦੀ ਲਾਈਫ ਵਿੱਚ। ਤੇ ਐਦਾਂ ਵੀ ਹੈ ਕਿ ਰਿਸ਼ਤੇਦਾਰ ਆਂਢ ਗੁਆਂਢ ਵਾਲੇ ਤਾਨੇ ਮਾਰਦੇ ਹੁਣ ਕਿ ਆਹ ਕੀ ਕਰਨ ਦਈ ਆ, ਰੇੜੀ ਤੇ ਲੱਗੀ ਹੋਈ ਆ। ਹਾਂਜੀ ਹਾਂਜੀ, ਐਕਚੁਅਲੀ ਦੇਖੋ ਮੈਮ, ਜਿਸ ਫੈਮਿਲੀ ਤੋਂ ਅਸੀਂ ਬਿਲੋਂਗ ਕਰਦੇ ਆ ਉੱਥੇ ਸਾਰੇ ਮੇਰੇ ਤਾਂ ਅੱਧੇ ਤੋਂ ਜ਼ਿਆਦਾ ਕਜ਼ਨਸ ਬਾਹਰ ਬੈਠੇ ਆ, ਠੀਕ ਆ। ਹੁਣ ਬਾਹਰ ਜਾ ਕੇ ਕੀ ਕੰਮ ਕਰਦੇ ਆ ਉਹ ਤਾਂ ਕੋਈ ਪੁੱਛਦਾ ਨਹੀਂ, ਪਰ ਇੱਥੇ ਮੈਂ ਰੇੜੀ ਖੋਲੀ ਹੈ ਤਾਂ ਸਾਰਿਆਂ ਨੂੰ ਥੋੜੀ ਹੁੰਦੀ ਆ ਕਿ ਹਾਂ ਇਹ ਕੋਈ ਕੰਮਾਂ 'ਚ ਕੰਮ ਆ, ਆਹ ਕਿਹੜਾ ਕੰਮ ਕਰ ਲੈ ਕੇ ਬੈਠ ਗਈ, ਇੰਨਾ ਪੜ੍ਹੀ ਲਿਖੀ ਸੀ ਤਾਂ ਚੰਗਾ ਤਾਂ ਸ਼ੈਫ ਹੀ ਸੀ ਉੱਥੇ। ਪਰ ਕੋਈ ਇਹ ਨਹੀਂ ਸੋਚਦਾ ਕਿ ਬੰਦੇ ਦੀ ਮੈਂਟੈਲਿਟੀ ਕੀ ਆ, ਥਿੰਕਿੰਗ ਕੀ ਆ, ਫਾਈਨੈਂਸ਼ਲੀ ਕਿੱਦਾਂ ਆ ਬੰਦਾ। ਕਿਉਂਕਿ ਕਹਿੰਦੇ ਹਰ ਡ੍ਰੀਮ ਨੂੰ ਪੂਰਾ ਕਰਨ ਲਈ ਨਾ ਆਪਾਂ ਨੂੰ ਸਟੈਪ ਬਾਏ ਸਟੈਪ ਚੱਲਣਾ ਚਾਹੀਦਾ। ਜੇ ਆਪਾਂ ਪਹਿਲਾਂ ਹੀ 100ਵੀਂ ਸੀੜੀ ਤੇ ਚੜਾਂਗੇ ਨਾ ਤਾਂ ਜੇ ਅਗਰ ਪੈਰ ਸਲਿਪ ਕੀਤਾ ਨਾ ਤਾਂ ਆਪਾਂ ਜ਼ੋਰ ਨਾਲ ਡਿੱਗਾਂਗੇ। ਤਾਂ ਇਹ ਤੋਂ ਚੰਗਾ ਇੱਕ ਬਾਏ ਇੱਕ ਚੱਲੋ ਤਾਂ ਆਰਾਮ ਨਾਲ 100ਵੀਂ ਸੀੜੀ ਤੇ ਪਹੁੰਚੋ। ਉਹੀ ਚੀਜ਼ ਨਾ, ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ, ਬਸ ਉਹੀ ਆਪਣੇ ਪੰਜਾਬੀ ਕੈਨੇਡਾ ਅਮਰੀਕਾ ਜਾ ਕੇ ਭਾਂਡੇ ਵੀ ਧੋ ਲੈਣਗੇ ਤੇ ਇੱਥੇ ਮਤਲਬ ਆਪਣੇ ਹੱਥਾਂ ਨਾਲ ਕਿਰਤ ਕਰਕੇ ਵੀ ਹਨਾ ਮਿਹਨਤ ਦੀ ਕਮਾਈ ਵੀ ਨਹੀਂ ਖਾਂਦੇ ਉਹ। ਦੇਖੋ ਮੈਮ, ਆਪਣਾ ਮੈਂ ਦੇਖਿਆ ਜਾਵੇ ਤਾਂ ਆਪਣਾ ਜੀਡੀਪੀ ਕਿਉਂ ਘੱਟ ਆ ਇੰਡੀਆ ਦਾ। ਅਮਰੀਕਾ ਹੋ ਗਏ, ਆਸਟ੍ਰੇਲੀਆ ਹੋ ਗਏ, ਇਹਨਾਂ ਦੇ ਕਿਉਂ ਹਾਈ ਆ, ਕੈਨੇਡਾ ਦਾ ਕਿਉਂ ਹਾਈ ਆ? ਕਿਉਂਕਿ ਉੱਥੇ ਕੰਮ 'ਚ ਸ਼ਰਮ ਨਹੀਂ ਹੈਗੀ। ਲੋਕੀ ਫਲਸ਼ ਵੀ ਸਾਫ਼ ਕਰਦੇ ਆ ਨਾ ਤਾਂ ਇਹ ਸ਼ਰਮ ਨਹੀਂ ਕਰਦੇ, ਕਹਿੰਦੇ ਹਾਂ ਮੈਂ ਕਰਕੇ ਆਇਆ, ਮੈਨੂੰ ਮੇਰੇ ਹਰ ਘੰਟੇ ਦੀ ਵੇਜ ਮਿਲੀ ਆ, ਮੈਨੂੰ ਡਾਲਰਸ ਮਿਲ ਰਹੇ ਉਸ ਚੀਜ਼ ਦੇ, ਮੈਨੂੰ ਪੌਂਡਸ ਮਿਲ ਰਹੇ ਆ। ਤਾਂ ਮੈਂ ਕਹਿੰਦੀ ਆ ਆਪਾਂ ਵੀ ਇੱਥੇ ਕੰਮ ਕਰੀਏ ਨਾ, ਆਪਾਂ ਕਿਸੇ ਨਾ ਕਿਸੇ ਕੰਮ 'ਚ ਤਾਂ ਸਪੈਸ਼ਲਿਸਟ ਹੈ ਨਾ, ਆਪਾਂ ਆਪਣੇ ਕੰਮ ਨੂੰ ਇੰਨੇ ਵਧੀਆ ਤਰੀਕੇ ਨਾਲ ਕਰੀਏ ਕਿ ਆਪਣੇ ਹਰ ਇੱਕ ਘੰਟੇ ਦੀ ਕੀਮਤ ਪਵੇ। ਮੈਂ ਇਹ ਚਾਹੁੰਦੀ ਆ। ਔਰ ਦੇਖੋ ਬਾਈ, ਦੇਖਿਆ ਜਾਵੇ ਤਾਂ ਪੰਜਾਬ ਦਾ ਯੂਥ ਆਪਾਂ ਨੂੰ ਪਤਾ ਹੀ ਆ, ਯੂਥ ਹੁਣ ਅੱਜ ਕੱਲ੍ਹ ਪੰਜਾਬ ਦਾ ਦਿਖਦਾ ਹੀ ਨਹੀਂ ਹੈਗਾ, ਸਾਰੇ ਹੀ ਬਾਹਰ ਬੈਠੇ ਆ। ਜਿਹੜੇ ਨਸ਼ੇ ਵਾਲੇ ਹੋ ਗਏ ਜਾਂ ਫਿਰ ਜਿਹੜੇ ਨਹੀਂ ਕੁਝ ਕਰ ਸਕਦੇ ਉਹੀ ਇੱਥੇ ਰਹਿ ਗਏ ਆ। ਫਿਰ ਆਪਾਂ ਕਹਿੰਦੇ ਆ ਪੰਜਾਬ ਦੀ ਤਰੱਕੀ ਨਹੀਂ ਹੁੰਦੀ। ਪੰਜਾਬ ਦੀ ਤਰੱਕੀ ਕਿੱਦਾਂ ਹੋਊਗੀ, ਇੰਡੀਆ ਦੀ ਤਰੱਕੀ ਕੀ ਹੋਊਗੀ ਜੇ ਆਪਾਂ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਾਂਗੇ ਇੱਥੇ ਰਹਿ ਕੇ ਕੁਝ ਕਰਨ ਨੂੰ। ਆਪਾਂ ਇੱਥੇ ਕੁਝ ਕਰਾਂਗੇ, ਆਪਾਂ ਆਪਣਾ ਨਾਮ ਬਣਾਵਾਂਗੇ, ਆਪਾਂ ਬ੍ਰਾਂਡ ਬਣਾਵਾਂਗੇ, ਤਾਂ ਫਿਰ ਆਪਾਂ ਨੂੰ KFC ਮੈਕਡੋਨਲਡਸ ਜਾਣ ਦੀ ਕੀ ਲੋੜ ਆ, ਆਪਣਾ ਇੱਥੇ ਹੀ ਬਣ ਗਿਆ। ਹੁਣ ਜੇ ਅੱਗੇ ਕੱਲ ਨੂੰ ਜਾ ਕੇ ਰੱਬ ਕਰੇ ਅਗਰ ਸਾਲ 2 ਸਾਲ ਤੱਕ ਇਹ ਬ੍ਰਾਂਡ ਬਣਦਾ ਆ, ਹੁਣ ਜੇ ਆਪਾਂ ਮੈਂ MBA ਚਾਏ ਵਾਲਾ ਦੇਖੀਏ ਜਾਂ ਚਾਏ ਸੁੱਟਾ ਬਾਰ ਦੇਖੀਏ, ਬਹੁਤ ਆ ਜਿਹੜੇ ਮੋਟੀਵੇਸ਼ਨਲ ਹੈਗੇ ਆ, ਉਹਨਾਂ ਨੂੰ ਦੇਖੀਏ ਤਾਂ ਉਹਨਾਂ ਨੇ ਵੀ ਆਪਣੇ ਛੋਟੇ ਜਿਹੇ ਨਾਮ ਨੂੰ ਇੱਕ ਬ੍ਰਾਂਡ ਬਣਾਇਆ। ਅੱਜ ਉਹ KFC ਮੈਕਡੋਨਲਡਸ ਵਾਲਿਆਂ ਨੂੰ ਮਾਤ ਦੇ ਰਹੇ ਆ, ਤਾਂ ਜੇ ਉਹ ਦੇ ਸਕਦੇ ਆ ਤਾਂ ਉਹ ਵੀ ਤਾਂ ਇਹੀ ਮੋਟੀਵੇਸ਼ਨ ਦਿੰਦੇ ਆ ਕਿ ਤੁਸੀਂ ਵੀ ਕੁਝ ਕਰੋ। ਤਾਂ ਅਸੀਂ ਕਿਉਂ ਨਹੀਂ ਕੁਝ ਕਰ ਸਕਦੇ? ਸਾਨੂੰ ਵੀ ਕੁਝ ਕਰਨਾ ਚਾਹੀਦਾ। ਅਸੀਂ ਵੀ ਆਪਣਾ ਬ੍ਰਾਂਡ ਬਣਾਈਏ ਕਿ ਹਾਂ ਨਹੀਂ ਅਸੀਂ ਇੰਡੀਆ ਵਾਲੇ ਕਿਸੇ ਤੋਂ ਘੱਟ ਨਹੀਂ ਹੈਗੇ ਜੀ, ਅਸੀਂ ਵੀ ਉਹਨਾਂ ਤੋਂ ਉੱਪਰ ਆ। ਰਵਲੀਨ, ਜਿੱਦਾਂ ਤੁਸੀਂ ਹੈ ਨਾ ਲੋਕਾਂ ਨੂੰ ਮੋਟੀਵੇਟ ਕਰ ਰਹੇ ਹੋ, ਪਰ ਇਦਾਂ ਹੁੰਦਾ ਹੈ ਕਿ ਤੁਸੀਂ ਆਪਣੀ ਲਾਈਫ ਵਿੱਚ ਜਿਵੇਂ ਤੁਸੀਂ ਇੰਨਾ ਔਖਾ ਟਾਈਮ ਦੇਖਿਆ, ਇੰਨੇ ਮੁਸ਼ਕਿਲਾਂ ਵਿੱਚੋਂ ਤੁਸੀਂ ਲੰਘੇ ਹੈ ਨਾ, ਤੇ ਹੁਣ ਆਹ ਇੰਨਾ ਵਧੀਆ ਕੰਮ ਕਰ ਰਹੇ ਹੋ, ਤੇ ਪਰ ਇੱਕ ਟਾਈਮ ਬੰਦੇ ਦੀ ਲਾਈਫ ਵਿੱਚ ਇਦਾਂ ਦਾ ਹੁੰਦਾ ਕਿ ਇੱਕਦਮ ਟੁੱਟ ਜਾਂਦਾ ਤੇ ਉਸ ਟਾਈਮ ਤੇ ਇੱਕ ਕੜੀ ਹੁੰਦੀ ਹੈ ਜਿਹੜੀ ਟੁੱਟਣ ਨਹੀਂ ਦਿੰਦੀ। ਤੁਹਾਡੀ ਲਾਈਫ ਵਿੱਚ ਵੀ ਹੈ ਕੋਈ ਇਦਾਂ ਦੀ ਕੜੀ? ਹਾਂਜੀ ਹਾਂਜੀ, ਇਹ ਕੜੀ ਮੰਨਿਆ ਜਾਵੇ ਤਾਂ ਮੇਰੀ ਮੰਮਾ, ਮਤਲਬ ਕਿ ਮੈਂ ਆਪਣੀ ਮਾਂ ਨੂੰ ਰੱਬ ਦਾ ਰੂਪ ਹੀ ਮੰਨਦੀ ਹਾਂ। ਕਿਉਂਕਿ ਜਦੋਂ ਵੀ ਕਦੇ ਮੈਂ ਹੁੰਦੀ ਹਾਂ ਬਹੁਤ ਜ਼ਿਆਦਾ ਨੈਗੇਟਿਵ ਹੋ ਜਾਂਦੀ ਹਾਂ, ਕਿਉਂਕਿ ਇਨਸਾਨ ਆ ਮੈਂ ਵੀ, ਕਦੇ ਕਦੇ ਨੈਗੇਟਿਵ ਮੇਰੇ ਅੰਦਰ ਵੀ ਆਈ ਜਾਂਦੀ ਆ, ਜਾਂ ਮੈਨੂੰ ਇੱਦਾਂ ਲੱਗਦਾ ਕਿ ਹੁਣ ਕੁਝ ਨਹੀਂ ਹੋ ਸਕਦਾ ਜਾਂ ਇਹ ਚੀਜ਼ ਨਹੀਂ ਹੋ ਪਾਊਗੀ। ਫਿਰ ਕਹਿੰਦੇ ਨਾ ਰੱਬ ਨੇ ਮਾਂ ਨੂੰ ਇਸ ਲਈ ਬਣਾ ਕੇ ਭੇਜਿਆ ਹੈ, ਜਿੱਥੇ ਰੱਬ ਨਹੀਂ ਪਹੁੰਚ ਪਾਉਂਦਾ ਨਾ ਉੱਥੇ ਮਾਂ ਪਹੁੰਚ ਜਾਂਦੀ ਆ। ਤਾਂ ਮੇਰੀ ਮਾਂ ਉਸ ਟਾਈਮ ਤੇ ਆ ਕੇ ਖੜ ਜਾਂਦੀ ਆ ਕਿ ਨਹੀਂ ਬੱਚੇ, ਮੈਂ ਤੇਰੇ ਨਾਲ ਆ, ਤੂੰ ਸਟਾਰਟ ਤਾਂ ਕਰ। ਉਹ ਜਿਹੜੀ ਇੰਨੀ ਜੀ ਇੱਕ ਹੁੰਦੀ ਨਾ ਲਾਈਟ ਆਉਂਦੀ ਆ, ਉਹੀ ਤੁਹਾਡੇ ਲਈ ਬਹੁਤ ਹੁੰਦੀ ਆ। ਫਿਰ ਉਸ ਤੋਂ ਬਾਅਦ ਮਾਂ ਤੋਂ ਬਾਅਦ ਕਹਿੰਦੇ ਪਾਪਾ, ਮਤਲਬ ਕਿ ਪੇ ਦਾ ਵੀ ਬਹੁਤ ਸਪੋਰਟ ਹੁੰਦਾ ਲਾਈਫ 'ਚ। ਦੇਖੋ ਕੁਝ ਪੇ ਹੁੰਦੇ ਆ ਜਿਹੜੇ ਆਪਣੇ ਕੁੜੀਆਂ ਨੂੰ ਅੱਗੇ ਨਹੀਂ ਵਧਣ ਦਿੰਦੇ, ਕਹਿੰਦੇ ਆ ਕਿ ਨਹੀਂ ਤੂੰ ਘਰ 'ਚ ਹੀ ਰਹਿ, ਘੱਟ ਪੜ੍ਹ, ਬਾਹਰ ਜਾਣਾ ਆ 7 ਵਜੇ ਤੱਕ ਵਾਪਸ ਆ ਜੀ, 6 ਵਜੇ ਤੱਕ ਵਾਪਸ ਆ ਜੀ, ਲਿਮਿਟੇਸ਼ਨਸ ਲਾਉਂਦੇ ਆ। ਯਾਰ ਮੈਂ ਇਹ ਕਹਿੰਦੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਫਰੈਂਡਲੀ ਹੋ ਨਾ। ਅਗਰ ਪੇ ਹੀ ਆਪਣੇ ਬੱਚੇ ਆਪਣੀ ਧੀ ਨਾਲ ਫਰੈਂਡਲੀ ਹੋਣ ਲੱਗ ਜੂਗਾ ਤਾਂ ਧੀ ਨੂੰ ਬਾਹਰ ਜਾ ਕੇ ਲੁਕਾਉਣ ਦੀ ਕੀ ਲੋੜ ਪੈਣੀ ਆ? ਉਹ ਤਾਂ ਆਪਣੇ ਪੇ ਨਾਲ ਹੀ ਸਾਰੀਆਂ ਗੱਲਾਂ ਸਾਂਝੀਆਂ ਕਰੂੰਗੀ। ਹੁਣ ਮੇਰੇ ਔਰ ਮੇਰੇ ਪਾਪਾ ਦਾ ਰਿਲੇਸ਼ਨ ਇੱਦਾਂ ਦਾ ਆ ਕਿ ਮੈਂ ਆਪਣੇ ਪਾਪਾ ਤੋਂ ਅੱਜ ਤੱਕ ਕੁਛ ਨਹੀਂ ਲੁਕੋਇਆ। ਈਵਨ ਕਿ ਹੁਣ ਕਾਲਜਿਸ 'ਚ ਵੀ ਬਹੁਤ ਕੁਛ ਚੀਜ਼ਾਂ ਹੁੰਦੀਆਂ, ਮੁੰਡੇ ਦੇਖਦੇ ਆ, ਛੇੜਦੇ ਆ, ਬਹੁਤ ਚੀਜ਼ਾਂ। ਮੈਂ ਵੀ ਨੋਰਮਲ ਕੁੜੀ ਆ, ਉਨ ਚੀਜ਼ਾਂ 'ਚੋਂ ਨਿਕਲੀ ਆ। ਪਰ ਕਦੇ ਇਹ ਨਹੀਂ ਹੋਇਆ ਕਿ ਮੈਨੂੰ ਡਰਦਾ ਲੱਗਦਾ ਸੀਗਾ ਕਿ ਹਾਂ ਬਈ ਅੱਜ ਮੈਨੂੰ ਕਿਸੇ ਨੇ ਪ੍ਰਪੋਜ਼ਲ ਮਾਰਿਆ ਸੀ ਤਾਂ ਮੈਂ ਘਰੇ ਦੱਸਣਾ ਨਹੀਂ ਹੈਗਾ ਜਾ ਕੇ। ਕਿਉਂਕਿ ਮੇਰਾ ਐਟਮੋਸਫੇਅਰ ਘਰ ਦਾ ਇੱਦਾਂ ਸੀਗਾ, ਮੇਰੇ ਘਰ ਦੇ ਮੇਰੇ ਨਾਲ ਫਰੈਂਡਲੀ ਸੀਗੇ। ਮੈਂ ਉਹਨਾਂ ਨੂੰ ਜਾ ਕੇ ਦੱਸਦੀ ਹੁੰਦੀ ਸੀ ਅੱਜ ਮੰਮਾ ਇੱਦਾਂ ਹੋਇਆ, ਕਿਸੇ ਨੇ ਮੈਨੂੰ ਛੇੜਿਆ ਸੀ, ਪਾਪਾ ਅੱਜ ਕਿਸੇ ਨੇ, ਮੈਂ ਉਹਦੇ 2 ਚਪੇੜਾਂ ਮਾਰ ਕੇ ਆਈ ਹਾਂ। ਤਾਂ ਮੇਰੇ ਪਾਪਾ ਕਹਿੰਦੇ ਕੋਈ ਨਾ ਪੁੱਤ, ਅੱਗੇ ਅਸੀਂ ਦੇਖ ਲਾਂਗੇ। ਇਹ ਤੁਸੀਂ ਆਪਣੀ ਧੀ ਨਾਲ ਕਰੋਗੇ ਨਾ ਤਾਂ ਤੁਹਾਡਾ ਧੀ ਤੁਹਾਡਾ ਮੁੰਡਾ ਬਣ ਕੇ ਦਿਖਾ ਦੂਗਾ। ਤਾਂ ਔਰ ਨਾ ਪਲੀਜ਼ ਮੈਂ ਇੱਕ ਹੋਰ ਛੋਟੀ ਜਿਹੀ ਗੱਲ ਕਹਿਣਾ ਚਾਹੂੰਗੀ, ਆਪਣੇ ਨਾ ਬੇਟਾ ਔਰ ਬੇਟੀ ਦੇ ਵਿੱਚ ਕਦੇ ਵੀ ਨਾ ਫਰਕ ਨਹੀਂ ਕਰਨਾ ਚਾਹੀਦਾ ਆਪਾਂ ਨੂੰ। ਦੇਖੋ ਰੱਬ ਨੇ ਇੱਦਾਂ ਅਲੱਗ-ਅਲੱਗ ਬਣਾਏ ਆ, ਪਰ ਰੱਬ ਨੇ
ਜਿਹੜੀ ਲੇਡੀਜ਼ ਆ ਉਹਨਾਂ ਨੂੰ ਜ਼ਿਆਦਾ ਸਟਰੈਂਥ ਦਿੱਤੀ ਹੁੰਦੀ ਆ, ਉਹਨਾਂ ਦੇ ਅੰਦਰ ਪੋਜ਼ਿਟਿਵਨੈਸ ਜ਼ਿਆਦਾ ਹੁੰਦੀ ਆ, ਉਹਨਾਂ ਦੇ ਅੰਦਰ ਸਹਿਣਸ਼ੀਲਤਾ ਬਹੁਤ ਹੁੰਦੀ ਆ, ਕੁਝ ਵੀ ਉਹਨਾਂ ਨੂੰ ਕਹੋ ਉਹ ਸਹਿਣ ਕਰ ਜਾਂਦੀਆਂ। ਔਰ ਕਹਿੰਦੇ ਆ ਇੱਕ ਲੇਡੀ ਇੱਦਾਂ ਦੀ ਹੈ ਜਿਹੜਾ ਦੁਰਗਾ ਦਾ ਰੂਪ ਵੀ ਲੈ ਸਕਦੀ ਆ ਔਰ ਲక్ష్ਮੀ ਮਾਤਾ ਦਾ ਰੂਪ ਵੀ ਲੈ ਸਕਦੀ ਹੈ। ਤਾਂ ਆਪਣੇ ਘਰ ਨੂੰ ਜੇ ਆਪਾਂ ਆਪਣੀ ਕੁੜੀਆਂ ਨੂੰ ਪੜ੍ਹਾਵਾਂਗੇ ਨਾ, ਤਾਂ ਅੱਜ ਆਪਾਂ ਇੱਕ ਕੁੜੀ ਨੂੰ ਆਪਣੀ ਨੂੰ ਪੜ੍ਹਾ ਰਹੇ ਹਾਂ ਨਾ, ਤਾਂ ਕੱਲ੍ਹ ਉਹ ਵਿਆਹ ਕੇ ਜੇ ਜਾ ਰਹੀ ਹੈ ਨਾ, ਤਾਂ ਉਹ ਅੱਗੇ ਪੂਰੀ ਪੀੜ੍ਹੀ ਨੂੰ ਪੜ੍ਹਾਊਗੀ। ਇਸ ਗੱਲ ਨੂੰ ਯਾਦ ਰੱਖਿਓ। ਤਾਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਿਓ, ਮੁੰਡਿਆਂ ਨੂੰ ਜੇ ਦੇ ਰਹੇ ਹੋ ਨਾ ਤਾਂ ਕੁੜੀਆਂ ਨੂੰ ਵੀ ਦਿਓ। ਜੇ ਤੁਸੀਂ ਮੁੰਡਿਆਂ ਨੂੰ ਅਬਰੋਡ ਸਟੱਡੀ ਲਈ ਭੇਜ ਰਹੇ ਨਾ, ਤਾਂ ਕੁੜੀਆਂ ਨੂੰ ਵੀ ਭੇਜੋ। ਉਹਨਾਂ ਨੂੰ ਬਸ ਇਹ ਨਾ ਸੋਚੋ ਕਿ ਵਿਆਹ ਕਰਕੇ ਭੇਜਣਾ ਆ। ਕਿਉਂ? ਉਹਨਾਂ ਨੂੰ ਇੰਨਾ ਕੁ ਬੋਲਡ ਬਣਾਓ ਕਿ ਉਹ ਬਿਨਾਂ ਵਿਆਹ ਤੋਂ ਬਾਹਰ ਜਾ ਸਕੇ, ਪੜ੍ਹ ਕੇ ਵਾਪਸ ਆ ਸਕੇ ਔਰ ਆਪਣੀ ਇੰਡੀਆ ਨੂੰ ਹੋਰ ਵਧੀਆ ਬਣਾ ਸਕੇ। ਬਿਲਕੁਲ, ਜੇ ਮਾਪੇ ਨਾਲ ਖੜੇ ਹੋਣ ਤੇ ਭਾਵੇਂ ਪੂਰੀ ਦੁਨੀਆ ਤੁਹਾਡੇ ਖਿਲਾਫ ਖੜੀ ਹੋਵੇ ਤਾਂ ਤੁਸੀਂ ਡਿੱਗ ਕੇ ਵੀ ਖੜ ਸਕਦੇ ਹੋ ਦੁਬਾਰਾ। ਤੇ ਤੁਹਾਡਾ ਸੁਪਨਾ ਕੀ ਹੈ? ਮੇਰਾ ਸੁਪਨਾ ਮੈਮ ਬਸ ਹਲੇ ਇਹ ਸੁਪਨਾ ਆ ਕਿ ਹਲੇ ਮੈਨੂੰ ਪਤਾ, ਮੈਨੂੰ ਹੁਣ ਸਾਲ 2 ਸਾਲ 3 ਸਾਲ ਜਿੰਨੀ ਵੀ ਮਿਹਨਤ ਆ ਮੈਂ ਕਰਨ ਨੂੰ ਤਿਆਰ ਆ। ਇਸ ਛੋਟੇ ਜਿਹੇ ਰੇੜੀ ਤੋਂ ਜਾਂ ਕਾਰਟ ਤੋਂ ਮੈਂ ਸਟਾਰਟ ਕਰਕੇ ਇੱਕ ਮੈਂ ਰੈਸਟੋਰੈਂਟ ਬਣਾਉਣਾ ਚਾਹੁੰਦੀ ਹਾਂ। ਰੈਸਟੋਰੈਂਟ ਇੱਦਾਂ ਦਾ ਜਿਹਦੇ ਵਿੱਚ ਮੈਂ ਲੋਕਾਂ ਨੂੰ ਦੁਬਈ ਦੀ ਡਿਸ਼ਿਸ ਵੀ ਦੇ ਸਕਾਂ, ਕਿਉਂਕਿ ਲੋਕੀ ਦੁਬਈ ਜਾਂਦੇ ਆ, ਉੱਥੇ ਤਾਂ ਇਨਫਲੂਐਂਸ ਯਾਦ ਕਰਦੇ ਆ, ਯਾਰ ਉੱਥੇ ਫਲਾਫਲ ਖਾਦਾ ਸੀ, ਉੱਥੇ ਹਮੂਸ ਖਾਦਾ ਸੀ, ਉੱਥੇ ਉਹ ਖਾਦਾ ਸੀ, ਪੀਤਾ ਬ੍ਰੈਡ ਖਾਦੀ ਸੀ। ਸਾਡੇ ਪੰਜਾਬ ਦਾ ਇਹ ਕੁਛ ਹੁੰਦਾ ਹੀ ਨਹੀਂ। ਮੈਂ ਚਾਹੁੰਦੀ ਹਾਂ ਕਿ ਉਹ ਕੁਛ ਟੇਸਟ ਇੱਥੇ ਵੀ ਮਿਲੇ ਉਹਨਾਂ ਨੂੰ, ਕਿ ਹਾਂ ਬੰਦਾ ਜਦੋਂ ਵਾਪਸ ਆਉਂਦਾ ਤਾਂ ਆ ਕੇ ਹਾਂ ਕਵੇ ਕਿ ਨਹੀਂ ਯਾਰ ਸਾਡੀ ਦੁਬਈ ਵਾਲੀ ਚੀਜ਼ ਇੱਥੇ ਵੀ ਮਿਲਦੀ ਆ। ਔਰ ਰਹੀ ਗੱਲ ਦੂਸਰੀ ਕਿ ਜਿਹੜਾ ਹੁਣ ਇਹ ਕਾਊਂਟਰ ਤੋਂ ਅੱਗੇ ਤੱਕ ਦਾ ਸੁਪਨਾ, ਮੈਨੂੰ ਪਤਾ ਇਹਦੇ ਵਿੱਚ ਬਹੁਤ ਰੋੜੇ ਵੀ ਆਉਣੇ ਆ, ਬਟ ਮੈਂ ਉਸ ਚੀਜ਼ ਲਈ ਰੈਡੀ ਹਾਂ। ਮੈਂ ਆਪਣੇ ਆਪ ਨੂੰ ਇੰਨਾ ਕੁ ਬੋਲਡ ਕਰ ਲਿਆ ਹੁਣ ਕਿ ਭਾਵੇਂ ਦੁਨੀਆ ਆ ਕੇ ਮੈਨੂੰ ਇਹ ਵੀ ਕਹਿ ਦੂਗੀ ਨਾ ਕਿ ਤੂੰ ਇੱਥੇ ਨਹੀਂ ਲਾਉਣਾ, ਤਾਂ ਮੈਂ ਕਹੂੰਗੀ ਨਹੀਂ ਮੈਂ ਲਾਉਣਾ ਆ, ਕਿਉਂਕਿ ਮੈਨੂੰ ਕੋਈ ਸ਼ਰਮ ਨਹੀਂ ਹੈਗੀ। ਅੱਜ ਮੈਂ ਇੱਥੇ ਝਾੜੂ ਵੀ ਲਾਉਂਦੀ ਹਾਂ, ਮੈਂ ਕੂੜਾ ਵੀ ਚੱਕਦੀ ਹਾਂ ਆਪਣੇ ਕਾਊਂਟਰ ਦਾ, ਮੇਰੇ ਗੈਸਟ ਨਾਲ ਮੈਂ ਖੁਦ ਜਾ ਕੇ ਡੀਲ ਕਰਦੀ ਹਾਂ, ਗੱਲ ਕਰਦੀ ਹਾਂ, ਉਹਨਾਂ ਦੀ ਕੋਈ ਸੁਜੈਸ਼ਨ ਹੋਵੇ ਉਹ ਵੀ ਲੈਂਦੀ ਹਾਂ। ਔਰ ਮੈਨੂੰ ਇਸ ਚੀਜ਼ 'ਚ ਖੁਸ਼ੀ ਆ, ਕਿਉਂਕਿ ਜਦੋਂ ਤੁਸੀਂ ਆਪਣਾ ਕਹਿੰਦੇ ਇੱਕ ਹੁੰਦੀ ਆ ਆਕੜ, ਇੱਕ ਈਗੋ, ਜੇ ਤੁਸੀਂ ਉਹਨੂੰ ਸਾਈਡ ਤੇ ਕਰ ਦੋਗੇ ਨਾ ਤਾਂ ਤੁਸੀਂ ਦੁਨੀਆ 'ਚ ਸਭ ਕੁਝ ਸਿੱਖ ਸਕਦੇ ਹੋ। ਕਿਉਂਕਿ ਜਦੋਂ ਆਪਾਂ ਇਹ ਸੋਚਣ ਲੱਗ ਪੈਂਦੇ ਨਾ ਕਿ ਆਪਾਂ ਨੂੰ ਸਭ ਕੁਝ ਆਉਂਦਾ ਆ, ਉਹੀ ਸਭ ਤੋਂ ਨੈਗੇਟਿਵ ਪੁਆਇੰਟ ਆ। ਦੁਨੀਆ 'ਚ ਕੋਈ ਬੰਦਾ ਇੱਦਾਂ ਦਾ ਨਹੀਂ ਹੈ ਜਿਹੜਾ ਪੂਰਨ ਗਿਆਨੀ ਹੋਵੇ। ਸਿੱਖਣ ਨੂੰ ਲਾਈਫ ਦੇ ਅੰਦਰ, ਜ਼ਿੰਦਗੀ ਦੇ ਅੰਦਰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਰਹਿੰਦਾ। ਰੋਜ਼ ਹੀ ਜ਼ਿੰਦਗੀ ਦੇ ਅੰਦਰ ਕੁਛ ਨਾ ਕੁਛ ਇੱਦਾਂ ਹੁੰਦਾ ਜਿਹਦੇ ਨਾਲ ਆਪਾਂ ਨੂੰ ਇੱਕ ਸਿੱਖ ਮਿਲਦੀ ਆ ਕਿ ਅੱਜ ਆਪਾਂ ਸਿੱਖ ਰਹੇ ਹਾਂ। ਇਹ ਨਹੀਂ ਆ ਇਕੱਲੀ ਕਿਤਾਬੀ ਪੜ੍ਹਾਈ ਨਾ ਆਪਾਂ ਪੜ੍ਹੀਏ। ਮੈਂ ਇਹ ਕਹਿੰਦੀ ਆ ਕਿ ਜਿਹੜਾ ਜ਼ਿੰਦਗੀ ਦਾ ਐਕਸਪੀਰੀਅੰਸ ਆ ਨਾ, ਇਹ ਸਭ ਤੋਂ ਵੱਡਾ ਐਕਸਪੀਰੀਅੰਸ ਆ। ਕਿਉਂਕਿ ਕਿਤਾਬੀ ਪੜ੍ਹਾਈ ਜਿਹੜੀ ਆ ਉਹ ਤੁਹਾਨੂੰ ਇਹ ਸਿਖਾਉਂਦੀ ਆ ਕਿ ਜ਼ਿੰਦਗੀ 'ਚ ਕਿੱਦਾਂ ਚੱਲਣਾ ਆ, ਪਰ ਜਿਹੜਾ ਜ਼ਿੰਦਗੀ ਦਾ ਐਕਸਪੀਰੀਅੰਸ ਆ ਉਹ ਤੁਹਾਨੂੰ ਇਹ ਸ਼ੋਅ ਕਰਦਾ ਕਿ ਉਸ ਦੇ ਅੰਦਰ ਜੀਣਾ ਕਿੱਦਾਂ ਆ, ਉਸ ਜ਼ਿੰਦਗੀ ਨੂੰ ਜੀਣਾ ਕਿੱਦਾਂ ਆ। ਤਾਂ ਇਨ ਸ਼ਾਰਟ ਕਿ ਮੋਟੀਵੇਟ ਰਹੋ, ਪੋਜ਼ਿਟਿਵ ਚੀਜ਼ਾਂ ਸੁਣੋ, ਪੋਜ਼ਿਟਿਵ ਚੀਜ਼ਾਂ ਦੇਖੋ। ਨੈਗੇਟਿਵ ਦੇਖੋਗੇ, ਨੈਗੇਟਿਵ ਸੁਣੋਗੇ ਤਾਂ ਤੁਸੀਂ ਵੀ ਨੈਗੇਟਿਵ ਹੋਵੋਗੇ। ਅੱਜ ਤੁਸੀਂ ਪੋਜ਼ਿਟਿਵ ਰਹੋਗੇ, ਕੱਲ ਤੁਸੀਂ 100 ਬੰਦੇ ਨੂੰ ਪੋਜ਼ਿਟਿਵ ਕਰ ਸਕਦੇ ਆ। ਆਪਣਾ ਇੰਡੀਆ ਤਾਂ ਇਦਾਂ ਹੀ ਵਧੀਆ ਬਣ ਜਾਣਾ, ਫਿਰ ਬਾਹਰ ਜਾਣ ਦੀ ਕੀ ਲੋੜ ਆ, ਇੱਥੇ ਹੀ ਬਣ ਗਿਆ ਕੈਨੇਡਾ, ਇੰਗਲੈਂਡ, ਫਿਰ ਕਿਉਂ ਜਾਈਏ ਬਾਹਰ। ਰਵਲੀਨ, ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਦਰਸ਼ਕਾਂ ਨੂੰ ਇੰਨੀ ਮੋਟੀਵੇਸ਼ਨ ਦੇਣ ਲਈ, ਉਹਨਾਂ 'ਚ ਇੰਨਾ ਉਤਸ਼ਾਹ ਭਰਨ ਲਈ। ਥੈਂਕ ਯੂ ਸੋ ਮਚ ਮੈਮ। ਔਰ ਮੈਂ ਇਹ ਕਹਿੰਦੀ ਆ ਕਿ ਜਿੱਦਾਂ ਅੱਜ ਤੁਸੀਂ ਵੀ ਇੱਕ ਗਰਲ ਆ, ਮੈਨੂੰ ਦੇਖ ਕੇ ਖੁਸ਼ੀ ਹੁੰਦੀ ਆ, ਕਿਉਂਕਿ ਕਿਸੇ ਟਾਈਮ ਤੇ ਜਦੋਂ ਅਸੀਂ ਸਟੱਡੀ ਕਰਦੇ ਸੀਗੇ ਤਾਂ ਲੋਕੀ ਕਹਿੰਦੇ ਸੀ ਮਲਟੀਮੀਡੀਆ 'ਚ ਜਾਂ ਇਸ ਪ੍ਰੈਸ ਵੀਰਾਂ 'ਚ ਕੁੜੀਆਂ ਨੂੰ ਨਹੀਂ ਪਾਉਣਾ, ਪਰ ਅੱਜ ਦੇਖ ਕੇ ਬੜੀ ਖੁਸ਼ੀ ਹੋ ਰਹੀ ਆ ਕਿ ਇੱਕ ਲੇਡੀ ਰਿਪੋਰਟਰ ਮੇਰਾ ਇੰਟਰਵਿਊ ਲੈ ਰਹੀ ਆ, ਯਾਨੀ ਕਿ ਇੱਕ ਮੈਂ ਵੀ ਲੇਡੀ ਆ ਤੇ ਇੱਕ ਉਹ ਵੀ ਲੇਡੀ ਆ। ਇੱਕ ਅੰਦਰੋਂ ਹੋਰ ਜੋਸ਼ ਆ ਰਿਹਾ ਯਾਰ, ਅੱਜ ਕੱਲ੍ਹ ਤਾਂ ਕੁੜੀਆਂ ਕਿਸੇ ਵੀ ਕੋਨੇ 'ਚ ਪਿੱਛੇ ਨਹੀਂ ਹੈਗੀਆਂ, ਸਾਰੀਆਂ ਅੱਗੇ ਆ। ਔਰ ਮੈਂ ਇਹ ਕਹੂੰਗੀ ਕਿ ਬੱਚੇ ਦੇਖੋ ਅੱਜ ਇਹ ਵੀ ਤਾਂ ਅੱਗੇ ਵੱਧ ਰਹੇ ਆ। ਸਾਰਿਆਂ ਨੂੰ ਥੋੜਾ ਟਾਈਮ ਲੱਗਦਾ, ਕਿਸੇ ਦਾ ਸਕਸੈਸ ਚਾਰਜਰ ਹੁੰਦਾ ਆ, ਥੋੜਾ ਜਲਦੀ ਚਾਰਜ ਹੋ ਜਾਂਦਾ, ਕਿਸੇ ਦਾ ਲੇਟ ਚਾਰਜ ਹੁੰਦਾ, ਪਰ ਸਾਰਿਆਂ ਦਾ ਹੁੰਦਾ ਆ। ਤਾਂ ਸਾਰਿਆਂ ਨੂੰ ਮੋਟੀਵੇਸ਼ਨ ਦੇਣੀ ਚਾਹੀਦੀ। ਜੇ ਆਪਾਂ ਕਿਸੇ ਬਾਰੇ ਚੰਗਾ ਨਹੀਂ ਬੋਲ ਸਕਦੇ ਨਾ, ਤੇ ਆਪਾਂ ਨੂੰ ਕਿਸੇ ਬਾਰੇ ਮਾੜਾ ਵੀ ਨਹੀਂ ਕਹਿਣਾ ਚਾਹੀਦਾ। ਮੇਰੀ ਬਸ ਇਹੀ ਹੈ ਗੱਲ। ਬਿਲਕੁਲ, ਅਸੀਂ ਇੰਝ ਹੀ ਮੋਢੇ ਦੇ ਨਾਲ ਮੋਢਾ ਲਾ ਕੇ ਅੱਗੇ ਵਧਦੇ ਰਵਾਂਗੇ। ਇਹੀ ਪੰਜਾਬੀਅਤ ਹੈ ਤੇ ਇਹੀ ਪੰਜਾਬ ਹੈ। ਉਮੀਦ ਕਰਦੀ ਹਾਂ ਕਿ ਤੁਸੀਂ ਇਸ ਇੰਟਰਵਿਊ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਮੈਂ ਪਵਨਪ੍ਰੀਤ ਕੌਰ, ਅੱਖਰ ਦੇ ਲਈ।